ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਦਰਸ਼ਕਾਂ ਨੂੰ ਦੱਸ ਦਈਏ ਕਿ ਅੱਜ ਪੈਸੀਫਿਕ ਬਾਰਡਰ ਵਾਲੀ ਸਰਹੱਦ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ ਹੈ, ਜਿਸ ਕਰਕੇ ਕਾਫੀ ਸਾਰੇ ਲੋਕ ਖੱਜਲ ਵੀ ਹੋਏ ਹੈ। ਫਰੀडम ਕਨਵੋਏ ਕਰਕੇ ਹੀ ਹੈ ਇਹ ਜਿਹੜੀ ਸਰਹੱਦ ਬੰਦ ਕੀਤੀ ਗਈ ਹੈ। ਚੈਨਲ ਪੰਜਾਬੀ ਦੀ ਟੀਮ ਦੀ ਉੱਥੋਂ ਗਰਾਊਂਡ ਰਿਪੋਰਟ ਤੁਹਾਨੂੰ ਵਿਸਥਾਰ ਦੇ ਨਾਲ ਦਿਖਾਵਾਂਗੇ, ਜਿਹਦੇ ਖਬਰਾਂ ਵਿਸਥਾਰ ਦੇ ਨਾਲ। ਔਰ ਸਭ ਤੋਂ ਪਹਿਲਾਂ ਤਾਂ ਇਹ ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਪਹਿਲੀ ਵਾਰ ਉਸ ਐਕਟ ਦੀ ਮੰਗ ਕੀਤੀ ਹੈ ਜਿਸ ਦੀ ਪਹਿਲਾਂ ਕਾਫੀ ਦਹਾਕੇ ਤੋਂ ਮੰਗ ਨਹੀਂ ਕੀਤੀ ਗਈ ਸੀ। ਜੀ ਹਾਂ, ਐਮਰਜੈਂਸੀ ਐਕਟ ਦੀ ਜਿਹੜੀ ਹੈ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ, ਗੱਲ ਰੱਖੀ ਗਈ ਹੈ ਤੇ ਹੁਣ ਹੋ ਸਕਦਾ ਹੈ ਕਿ ਇਸ ਨੂੰ ਜਲਦੀ ਲਾਗੂ ਕਰ ਦਿੱਤਾ ਜਾਵੇ। ਇਸ ਸੰਬੰਧੀ ਕਾਫੀ ਸਾਰੀਆਂ ਗੱਲਾਂ ਸੀਗੀਆਂ ਜਿਹੜੀਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਸਾਂਝੀਆਂ ਵੀ ਕੀਤੀਆਂ ਨੇ। ਟਰੂਡੋ ਨੇ ਫਰੀडम ਕਾਫਲੇ ਦੇ ਭਾਗੀਦਾਰਾਂ ਦੇ ਹੱਥੋਂ 18 ਦਿਨਾਂ ਤੱਕ ਔਟਵਾ ਨੂੰ ਫੜਨ ਵਾਲੇ ਨਾਕਾਬੰਦੀ ਤੇ ਜਨਤਕ ਵਿਗਾੜ ਨੂੰ ਖਤਮ ਕਰਨ ਦੇ ਲਈ ਪ੍ਰੋਵਿੰਸਾਂ ਦੀ ਸਹਾਇਤਾ ਲਈ ਪਹਿਲਾਂ ਕਦੀ ਨਹੀਂ ਵਰਤੀਆਂ ਗਈਆਂ ਐਮਰਜੈਂਸੀ ਸ਼ਕਤੀਆਂ ਦੀ ਮੰਗ ਕੀਤੀ ਹੈ। ਸੋਮਵਾਰ ਨੂੰ ਟਰੂਡੋ ਨੇ ਐਲਾਨ ਕੀਤਾ ਹੈ ਕਿ ਉਹ ਸੰਘੀ ਕੈਬਨਿਟ, ਲਿਬਰਲ ਨੈਸ਼ਨਲ ਕਾਕਸ, ਪ੍ਰੀਮੀਅਰਜ਼ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਦੇ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਐਮਰਜੈਂਸੀ ਐਕਟ ਨੂੰ ਚਾਲੂ ਕਰ ਰਹੇ ਨੇ। ਜੀ ਹਾਂ, ਉਹਨਾਂ ਕਿਹਾ ਕਿ ਉਪਾਵਾਂ ਦੇ ਵਿੱਚ ਫੌਜ ਵਿੱਚ ਬੁਲਾਉਣ ਜਾਂ ਨਾਗਰਿਕ ਅਧਿਕਾਰਾਂ ਨੂੰ ਓਵਰਰਾਈਡ ਕਰਨਾ ਸ਼ਾਮਿਲ ਨਹੀਂ ਹੈ। ਟਰੂਡੋ ਨੇ ਕਿਹਾ ਕਿ ਅਸੀਂ ਗੈਰ ਕਾਨੂੰਨੀ ਤੇ ਖਤਰਨਾਕ ਗਤੀਵਿਧੀਆਂ ਨੂੰ ਜਾਰੀ ਰੱਖਣ ਦੀ ਇਜਾਜ਼ਤ ਨਹੀਂ ਦੇ ਸਕਦੇ, ਨਾ ਹੀ ਅੱਗੇ ਦੇਵਾਂਗੇ। ਇਸ ਨਾਲ ਫੈਡਰਲ ਸਰਕਾਰ ਨੂੰ ਟੋਇੰਗ ਟਰੱਕਾਂ ਵਰਗੀਆਂ ਸੇਵਾਵਾਂ ਪ੍ਰਦਾਨ ਕਰਨ ਦਾ ਆਦੇਸ਼ ਦੇਣ ਦੀ ਇਜਾਜ਼ਤ ਮਿਲੇਗੀ। ਉਹਨਾਂ ਕਿਹਾ ਕਿ ਆਰਸੀਐਮਪੀ ਨੂੰ ਮਿਊਨਿਸਪਲ ਉਪਨਿਯਮਾਂ ਤੇ ਸੂਬਾਈ ਅਪਰਾਧਾਂ ਨੂੰ ਲਾਗੂ ਕਰਨ ਦੇ ਯੋਗ ਬਣਾਵੇਗਾ। ਟਰੂਡੋ ਨੇ ਕਿਹਾ ਕਿ ਇਹ ਸ਼ਾਂਤਮਈ ਪ੍ਰਦਰਸ਼ਨ ਨਹੀਂ ਹੈ। ਟਰੂਡੋ ਨੇ ਸਥਾਨਕ ਔਰਵਾ ਕੰਪਨੀਆਂ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਕਾਰੋਬਾਰੀ ਸਹਾਇਤਾ ਉਪਾਅ ਪੇਸ਼ ਕਰਨ ਦੇ ਸਹੁੰ ਵੀ ਖਾਧੀ, ਜੋ ਕਿ ਨਾਕੇਬੰਦੀ ਕਾਰਨ ਬੰਦ ਹੋਣ ਲਈ ਮਜਬੂਰ ਹੋ ਪਏ ਨੇ, ਜਿਨ੍ਹਾਂ ਦੇ ਬਹੁਤ ਸਾਰੇ ਭਾਗੀਦਾਰਾਂ ਨੇ ਘਰ ਦੇ ਅੰਦਰ ਮਾਸਕ ਲਗਾਉਣ ਵਰਗੇ ਜਨਤਕ ਸਿਹਤ ਉਪਾਵਾਂ ਦਾ ਸਨਮਾਨ ਕਰਨ ਤੋਂ ਵਾਰ-ਵਾਰ ਇਨਕਾਰ ਕਰ ਦਿੱਤਾ ਹੈ। ਸੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਨਿਯਮਾਂ ਦੇ ਵਿੱਚ ਸਖਤੀ ਕਰਨ ਦੀ ਇਹ ਗੱਲ ਆਖੀ। ਉਧਰ ਸਰੀ ਬਾਰਡਰ ਦੀ ਗੱਲ ਕਰ ਲਿੱਤੀ ਜਾਵੇ ਤਾਂ ਆਵਾਜਾਈ ਉੱਥੇ ਕਾਫੀ ਜ਼ਿਆਦਾ ਠੱਪ ਜਿਹੜੀ ਹੈ ਕਰ ਦਿੱਤੀ ਗਈ, ਕਿਉਂਕਿ ਸਰਹੱਦ ਨੂੰ ਬੰਦ ਕਰਨਾ ਪਿਆ। ਵੀਕਐਂਡ ਦੇ ਉੱਤੇ ਪੈਸੀਫਿਕ ਬਾਰਡਰ ਵਾਲੀ ਜਿਹੜੀ ਸਾਈਟ ਸੀ ਉਸ ਨੂੰ ਬੰਦ ਕੀਤਾ ਗਿਆ, ਕਿਉਂਕਿ ਉੱਥੇ ਵੀ ਵੀਕਐਂਡ ਦੇ ਉੱਤੇ ਪ੍ਰਦਰਸ਼ਨਕਾਰੀ ਜਿਹੜੇ ਨੇ ਉਹ ਪਹੁੰਚ ਗਏ ਸੀਗੇ ਤੇ ਵੈਕਸੀਨ ਜਿਹੜਾ ਉਸ ਨੂੰ ਲਾਗੂ ਕਰਨ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਜਿਹੜਾ ਉਹਨਾਂ ਨੇ ਉੱਥੇ ਡੇਰਾ ਲਗਾਇਆ, ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਜਿਹੜੀ ਹੈ ਨਾਰਾਜ਼ਗੀ ਚੱਲਣੀ ਪਈ। ਖਾਸ ਕਰਕੇ ਜਿਹੜੇ ਵਪਾਰ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਐਰੇਰਾਮ ਜਦੋਂ ਇਹ ਪਤਾ ਲੱਗਿਆ ਵੀ ਸਰਹੱਦ ਬੰਦ ਕਰ ਦਿੱਤੀ ਗਈ ਆ ਤਾਂ ਕਾਫੀ ਜ਼ਿਆਦਾ ਉਹਨਾਂ ਨੂੰ ਚਿੰਤਾ ਹੋਣ ਲੱਗੀ। ਹੁਣ ਇਸ ਰੈਲੀ ਦੇ ਕਰਕੇ ਵਪਾਰੀ ਵੀ ਕਾਫੀ ਹੱਦ ਤੱਕ ਨਾਰਾਜ਼ ਹੋ ਰਹੇ ਨੇ। ਉਹਨਾਂ ਦਾ ਕਹਿਣਾ ਵੀ ਸਾਡਾ ਕੰਮਕਾਰ ਠੱਪ ਹੋ ਗਿਆ ਕਿਉਂਕਿ ਸਰਹੱਦ ਬੰਦ ਪਈ ਹੈ। ਪਰ ਇੱਕ ਸਾਈਡ ਦੇ ਉੱਤੇ ਇਹ ਬਾਰਡਰ ਦੀਆਂ ਤਸਵੀਰਾਂ ਜਦੋਂ ਚੈਨਲ ਪੰਜਾਬੀ ਦੀ ਟੀਮ ਨੇ ਜਾ ਕੇ ਦੇਖੀਆਂ ਤਾਂ ਉੱਥੋਂ ਦੀ ਜਿਹੜੀ ਰਿਪੋਰਟ ਦੇ ਮੁਤਾਬਕ ਇੱਕ ਸਾਈਡ ਦੇ ਉੱਤੇ ਜਿਹੜੇ ਇਸ ਪ੍ਰਦਰਸ਼ਨ ਦੇ ਵਿੱਚ ਜਿਹੜਾ ਸਪੋਰਟ ਕਰ ਰਹੇ ਨੇ ਉਹ ਖੜੇ ਹੋਏ ਨੇ ਤੇ ਦੂਜੇ ਪਾਸੇ ਪੁਲਿਸ ਨੇ ਨਾਕੇਬੰਦੀ ਕੀਤੀ ਹੋਈ ਹੈ, ਪੁਲਿਸ ਨੇ ਬਾਰਡਰ ਨੂੰ ਬੰਦ ਕਰ ਦਿੱਤਾ ਹੋਇਆ ਹੈ। ਸੋ ਚੈਨਲ ਪੰਜਾਬੀ ਦੀ ਟੀਮ ਪਹੁੰਚੀ, ਉਹਨਾਂ ਨੇ ਉੱਥੇ ਗਰਾਊਂਡ ਰਿਪੋਰਟ ਕੀਤੀ ਹੈ। ਆਓ ਦੇਖਦੇ ਹਾਂ ਕਿ ਉੱਥੇ ਜਿਹੜੇ ਲੋਕ ਮੌਜੂਦ ਸੀਗੇ ਉਹਨਾਂ ਦਾ ਇਸ ਰੈਲੀ ਸੰਬੰਧੀ ਕੀ ਕੁਝ ਕਹਿਣਾ ਹੈ। ਅਸੀਂ ਇਸ ਵੇਲੇ ਖੜੇ ਹਾਂ ਹਾਈਵੇ 15 ਤੇ ਐਵਨਿਊ 2 ਦੇ ਉੱਤੇ, ਪੈਸੀਫਿਕ ਬਾਰਡਰ ਅਮਰੀਕਾ ਤੇ ਕੈਨੇਡਾ ਦੇ ਬਾਰਡਰ ਦੇ ਉੱਤੇ। ਇਹ ਬਾਰਡਰ ਬੰਦ ਪਿਆ। ਬੰਦ ਕਿਉਂ ਪਿਆ? ਪਿਛਲੇ ਕੁਝ ਹਫ਼ਤਿਆਂ ਤੋਂ ਜਿਹੜਾ ਇੱਕ ਟਰੱਕਰ ਦਾ ਪ੍ਰੋਟੈਸਟ ਆਟਵਾ ਦੇ ਚੱਲ ਰਿਹਾ, ਉਹ ਪ੍ਰੋਟੈਸਟ ਇਸ ਵੇਲੇ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਫੈਲ ਚੁੱਕਿਆ। ਤੇ ਪਰਸੋਂ ਦਾ ਜਦੋਂ ਦਾ ਇੱਥੇ ਰੌਲਾ ਰੱਪਾ ਪਿਆ ਇਸ ਬਾਰਡਰ ਦੇ ਉੱਤੇ, ਇੱਥੇ ਵੀ ਹਾਲਾਤ ਥੋੜ੍ਹੇ ਜਿਹੇ ਚਿੰਤਾਜਨਕ ਬਣੇ ਆ। ਚਿੰਤਾਜਨਕ ਇਸ ਕਰਕੇ ਕਿ ਇੱਕ ਇੰਟਰਨੈਸ਼ਨਲ ਬਾਰਡਰ ਦਾ ਬੰਦ ਹੋਣਾ ਔਰ ਟ੍ਰੇਡ ਦਾ ਬੰਦ ਹੋਣਾ, ਰੌਲਾ ਰੱਪਾ ਜਿਹੜਾ ਸ਼ੁਰੂ ਹੋਇਆ ਸੀ ਵੈਕਸੀਨ ਮੈਂਡੇਟ ਨੂੰ ਲੈ ਕੇ ਟਰੱਕਰਸ ਤੋਂ, ਉਹਦੇ ਤੋਂ ਬਾਅਦ ਇਹ ਕਦੋਂ ਫਰੀडम ਕਨਵੋਏ ਬਣ ਗਿਆ, ਕਦੋਂ ਉਹਦੇ ਤੋਂ ਬਾਅਦ ਇਹ ਐਂਟੀ ਮੈਂਡੇਟ ਬਣ ਗਿਆ ਜਾਂ ਮੈਂਡੇਟ ਹਟਾਉਣ ਦੀ ਗੱਲਬਾਤ ਚੱਲਣ ਲੱਗ ਪਈ, ਇਹ ਦੇਖਣ ਵਾਲੀ ਗੱਲ ਆ। ਅੱਜ ਜਦੋਂ ਕਿ ਇਸ ਮਾਮਲੇ ਦੇ ਵਿੱਚ ਬਹੁਤ ਕੁਝ ਪੂਰੇ ਕੈਨੇਡਾ ਦੇ ਵਿੱਚ ਵਾਪਰ ਰਿਹਾ, ਇੱਥੋਂ ਲੋਕ ਖੜੇ ਨੇ ਤੇ ਇਹ ਕਹਿ ਰਹੇ ਆ ਕਿ ਅਸੀਂ ਉਦੋਂ ਤੱਕ ਇੱਥੇ ਖੜੇ ਰਹਿਣਾ ਆ ਜਦੋਂ ਤੱਕ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ। ਮੰਗਾਂ ਇਹਨਾਂ ਦੀਆਂ ਕੀ ਆ? ਇਹਨਾਂ ਦੇ ਆਪਣੀਆਂ ਆਪਣੀਆਂ ਦਲੀਲਾਂ ਆ। ਬਹੁਤੇ ਲੋਕ ਜਦੋਂ ਇਸ ਵੇਲੇ ਵੈਕਸੀਨ ਲਵਾ ਚੁੱਕੇ ਆ ਤਾਂ ਇਹ ਵਿਰੋਧ ਇੱਕ ਤਰ੍ਹਾਂ ਦੀ ਚਿੰਤਾ ਪੈਦਾ ਕਰ ਰਿਹਾ ਆ। ਜਿੱਥੇ ਇਸ ਵੇਲੇ ਇਹ ਪਤਾ ਲੱਗ ਰਿਹਾ ਕਿ ਸਾਡੇ ਪ੍ਰਧਾਨ ਮੰਤਰੀ ਜਿਹੜੀਆਂ ਐਮਰਜੈਂਸੀ ਉਹਨਾਂ ਦੇ ਕੋਲ ਪਾਵਰਸ ਨੇ ਉਹਦੀ ਵਰਤੋਂ ਕਰਨ ਬਾਰੇ ਸੋਚ ਰਹੇ ਆ। ਇਹ ਸੋਚਿਆ ਜਾ ਰਿਹਾ ਕਿ ਪਲਾਨ ਹੋ ਰਹੀ ਆ ਇਨਵੋਕ ਐਮਰਜੈਂਸੀ ਐਕਟ ਕਰਨ ਦੀ। ਉਸ ਵੇਲੇ ਇਹ ਬਾਰਡਰ ਇਸ ਵੇਲੇ ਪੈਸੀਫਿਕ ਬਾਰਡਰ ਰੂਟ 15 ਪੈਸੀਫਿਕ ਹਾਈਵੇ ਤੇ ਐਵਨਿਊ 2 ਤੇ ਸਾਡੇ ਪਿਛਲੇ ਪਾਸੇ ਇਸ ਵੇਲੇ ਪੂਰੇ ਦਾ ਪੂਰਾ ਇਹ ਰੁਕਿਆ ਪਿਆ ਆ। ਇਹ ਲੋਕ ਇੱਥੇ ਬੈਠੇ ਆ ਵੀਕਐਂਡ ਦੇ ਉੱਤੇ, ਬਹੁਤ ਵੱਡੀ ਗਿਣਤੀ ਸੀ ਇਹਨਾਂ ਦੀ। ਇਸ ਵੇਲੇ ਇਹ ਥੋੜ੍ਹੇ ਜਿਹੇ ਨੇ, ਪਰ ਜਿਹੜਾ ਇਹਦੇ ਨਾਲ ਜਿਹੜੀਆਂ ਬਹੁਤ ਕੰਸਰਨਿੰਗ ਖਬਰਾਂ ਆ ਰਹੀਆਂ ਕਿ ਜਿਹੜੀਆਂ RCMP ਨੇ 11 ਅਰੈਸਟ ਕੀਤੀਆਂ ਆ ਔਰ
ਅਲਬਰਟਾ ਦੇ ਵਿੱਚ ਇੱਕ ਥਾਂ ਦੇ ਉੱਤੋਂ ਇਸ ਪ੍ਰੋਟੈਸਟ ਦੇ ਵਿੱਚੋਂ ਬਹੁਤ ਸਾਰੇ ਫਾਇਰ ਆਰਮਸ ਮਿਲੇ ਦੱਸੇ ਜਾ ਰਹੇ ਆ। ਹੁਣ ਇਹ ਪ੍ਰੋਟੈਸਟ ਕਿੰਨਾ ਚਿਰ ਚੱਲਦਾ ਆ, ਅਸੀਂ ਇਹਨਾਂ ਦੇ ਨਾਲ ਕੁਝ ਗੱਲਬਾਤ ਵੀ ਕੀਤੀ ਆ ਕਿ ਅਸਲ ਦੇ ਵਿੱਚ ਇਹ ਚਾਹੁੰਦੇ ਕੀ ਆ। ਇਹ ਟਰੱਕ ਜਿਹੜਿਆਂ ਨੇ ਵੈਕਸੀਨ ਨਹੀਂ ਲਵਾਈ, ਟਰੱਕ ਚਾਲਕਾਂ ਨੇ, ਉਹਨਾਂ ਦਾ ਮਾਮਲਾ ਆ। ਇਹ ਬਾਅਦ ਦੇ ਵਿੱਚ ਇਦਾਂ ਬਣ ਗਿਆ, ਪਹਿਲਾਂ ਇਦਾਂ ਪਲਾਨ ਸੀ। ਇਹ ਕੀ ਸੀਗਾ, ਸਾਡੇ ਦਰਸ਼ਕਾਂ ਨੂੰ ਪੰਜਾਬੀ 'ਚ ਦੱਸਿਓ। ਇਹ ਜੀ ਵੈਸੇ ਬਈ ਜਿਨ੍ਹਾਂ ਨੇ ਟੀਕਾ ਨਹੀਂ ਲਵਾਇਆ, ਇਹ ਪਹਿਲਾਂ ਹੀ ਗੱਲ ਗਲਤ ਹੈਗੀ। ਅਸੀਂ ਆਟਵਾ ਤੋਂ ਆਏ ਆ, ਉੱਥੇ ਲਾ ਲਓ 50% ਸ਼ਾਇਦ ਜ਼ਿਆਦਾ ਲਗਾਏ ਹੋਏ ਨੇ, ਟੀਕੇ ਲਵਾਏ ਹੋਏ ਨੇ। ਇਹਨਾਂ ਦੀ ਇਹ ਗੱਲ ਨਹੀਂ ਕਿ ਬਈ ਟੀਕੇ ਨਹੀਂ ਲਵਾਉਣੇ। ਇਦੋਂ ਗੱਲ ਵਧੀ ਹੋਈ ਆ ਬਈ ਬੰਦੇ ਦੀ ਮਰਜ਼ੀ ਹੋਵੇ ਨਾ, ਤੇ ਜੇ ਸਪੈਸ਼ਲੀ ਜੇ ਬੱਚਿਆਂ ਦੀ ਗੱਲ ਆ ਤਾਂ ਉੱਥੇ ਮਾਪਿਓ ਦੀ ਮਰਜ਼ੀ ਹੋਣੀ ਚਾਹੀਦੀ ਆ, ਤੇ ਇਹ ਧੱਕੇ ਨਾਲ ਲਵਾਉਣ ਲੱਗੇ ਨੇ। ਤੇ ਗੱਲ ਬਸ ਇਹ ਆ, ਮਰਜ਼ੀ ਹੋਣੀ ਚਾਹੀਦੀ ਹੈ, ਬੰਦੇ ਦਾ ਫਰੀडम ਹੋਣਾ ਚਾਹੀਦਾ ਨਾ। ਤੁਸੀਂ ਆਟਵਾ ਵੀ ਗਏ ਸੀ? ਹਾਂਜੀ, ਆਟਵਾ ਜਾ ਕੇ ਉੱਥੇ ਕੀ ਹਾਲਤ ਆ ਇਸ ਵੇਲੇ? ਉੱਥੇ ਹਾਲਤ ਹੈਗੀ ਆ ਵੀ ਦੇਖ ਲਓ, ਜਿਹੜੀ CBC ਤੇ CTP ਤਾਂ ਗਲੋਬਲ ਦਿਖਾਉਂਦੇ ਆ, ਉਹ ਬਿਲਕੁਲ ਉਸ ਗੱਲ ਤੋਂ ਉਲਟ ਹੈਗਾ। ਉੱਥੇ ਐਬਸੋਲੂਟਲੀ ਲਵ, ਪੀਸਫੁਲ। ਰੇਸਿਸਟ ਅਸੀਂ ਉੱਥੇ ਲਾ ਕੇ ਆਏ ਆ 8-9 ਦਿਨ, ਮੇਬੀ 9-8 ਡੇਜ਼। ਬੰਦਾ ਇੱਕ ਨਹੀਂ ਰੇਸਿਸਟ ਮਿਲਿਆ, ਸਾਰੇ ਹੱਗ ਕਰਕੇ ਦੇ ਸੇ ਵੀ ਲਵ ਯੂ। ਉਹ ਕੈਨੇਡਾ ਸਿੰਗ ਕਰਦੇ ਨੇ ਸਭ। ਇਟਸ ਅ ਬਿਊਟੀਫੁਲ ਪਲੇਸ। ਯਾ ਤੇ ਤੁਸੀਂ ਇਸੇ ਟਰੱਕ 'ਚ ਗਏ ਸੀ ਜਿਹੜਾ ਫਰੀडम ਕਨਵੇ ਪਿੱਛੇ ਖੜਾ ਸਾਡੇ? ਹਾਂਜੀ, ਟਰੱਕ ਇਹ ਸੀਗਾ ਤੇ 3-4 ਮੇਬੀ 5 ਹੋਰ ਸੀਗੇ ਨਾਲ ਸੀ ਆੜੀ ਸਾਡੇ। ਤੇ ਇਹ ਕਿੰਨਾ ਕੁ ਚਿਰ ਇੱਥੇ ਬੈਠਣਗੇ ਹੁਣ, ਕੀ ਲੱਗਦਾ ਤੁਹਾਨੂੰ? ਇਹ ਭਾਜੀ ਇੱਥੇ ਬੈਠਣਗੇ ਜਿੰਨਾ ਚਿਰ ਆਪਣੀ ਹੁਣ ਗੱਲ ਨਹੀਂ ਹੁੰਦੀ। ਕੋਈ ਗੱਲ ਤਾਂ ਕਰੇ, ਕੋਈ ਨੈਗੋਸ਼ੀਏਸ਼ਨ ਹੋਵੇ। ਮੈਂਡੇਟ ਬੇਸਿਕਲੀ ਡ੍ਰੌਪ ਕਰਨੇ ਆ, ਰਾਈਟ। ਤੇ ਰਿਸਟ੍ਰਿਕਸ਼ਨਾਂ ਬਹੁਤ ਹੋ ਗਈਆਂ ਟੀਕਿਆਂ ਦੇ। ਹੁਣ ਜੇ ਗੱਲ ਇਹ ਵੀ ਆ ਵੀ ਕੰਮ ਤਾਂ ਕਰਦੇ ਨਹੀਂਗੇ, ਤੇ ਫਿਰ ਵੀ ਧੱਕੇ ਨਾਲ ਲਵਾਉਣ ਲੱਗੇ ਆ। ਗੱਲ ਬਸ ਇਹੀ ਆ ਬਈ ਬੰਦੇ ਦਾ ਫਰੀडम ਹੋਵੇ। ਮੈਂਡੇਟਸ ਆਲ ਡ੍ਰੌਪਡ। ਤੇ ਇਹ ਪੁਲਿਸ ਨੇ ਰੋਕਿਆ ਬਾਰਡਰ ਕਿ ਪ੍ਰੋਟੈਸਟਰ ਨੇ ਰੋਕਿਆ ਹੈ? ਇਹ ਤਾਂ ਹਲੇ ਇੱਥੇ ਹੈਗਾ ਪ੍ਰੋਟੈਸਟਰਾਂ ਦਾ ਬਲਾਕ ਕੀਤਾ ਹੋਇਆ, ਤੇ ਗਾਹਾਂ ਲੱਗੇ ਹੋਏ ਨੇ ਪੁਲਿਸ ਦੇ ਬਲਾਕੇਡ ਬਈ ਹੋਰ ਨਾ ਗੱਡੀਆਂ ਗਾਹਾਂ ਆਉਣ। ਪਰ ਰਾਸਤੇ ਹੈਗੇ ਨੇ, ਤੇ ਆਪਾਂ ਨੂੰ ਚਾਹੀਦੇ ਨੇ ਵੀ ਇੱਥੇ ਆਪਣੇ ਆਉਣ ਲੋਕ, ਬੰਦੇ ਆਪਣੇ ਜ਼ਿਆਦਾ ਹੋਣੇ ਚਾਹੀਦੇ ਨੇ। ਕਿਉਂਕਿ ਲੜਾਈ ਇਹ ਹੈ ਉਹੀ ਜਿਹੜੀ ਇੰਡੀਆ ਸੀਗੀ। ਇਹ ਨਿੱਕੀਆਂ ਨਿੱਕੀਆਂ ਗੱਲਾਂ ਦੀ ਨਹੀਂ ਗੀ, ਇਹ ਹੈਗੀ ਆ ਵੀ ਗਵਰਨਮੈਂਟ ਤੇ ਕਾਰਪੋਰੇਸ਼ਨ ਟੇਕ ਓਵਰ, ਆਪਣੇ ਤੇ ਕੰਟਰੋਲ ਬੰਦਿਆਂ ਦਾ। ਅਲਟੀਮੇਟਲੀ ਪ੍ਰੋਪਰਟੀ ਇਹ ਆਪ ਲਈ ਮੰਗਦੇ ਆ। ਤੇ ਲੜਾਈ ਹੈ ਉਹੀ ਸੇਮ ਆ। ਉੱਥੇ ਆਪਣੇ ਬੁੜੇ ਮੂਰੇ ਹੋ ਕੇ ਲੜੇ ਨੇ, ਤੇ ਇੱਥੇ ਆਪਣੇ ਬੰਦੇ ਬਹੁਤ ਘੱਟ ਨੇ, ਜ਼ਿਆਦਾ ਹੋਣੇ ਚਾਹੀਦੇ ਆ। ਤੇ ਤੁਸੀਂ ਇਹਨੂੰ ਕਿਸਾਨ ਅੰਦੋਲਨ ਨਾਲ ਦੇਖਦੇ ਹੋ? ਹੈ ਜੀ, ਜਿਹੜਾ ਕਿਸਾਨ ਅੰਦੋਲਨ ਸੀ ਉਹਦੀ ਗੱਲ ਕਰ ਰਹੇ ਹੋ ਤੁਸੀਂ? ਉਹ ਯਾਰ ਅਸੀਂ ਫੋਲੋ ਕੀਤਾ ਗਾ ਯਾਰ, ਆਫ ਕੋਰਸ। ਹਾਂਜੀ, ਉਸ ਦੀ ਵੀ ਗੱਲ ਕਰਦੇ ਆਂਗੇ। ਤੇ ਆਡਵਾ 'ਚ ਬਹੁਤ ਫਾਰਮਰ ਵੀ ਆਏ ਹੋਏ ਨੇ ਯਾਰ, ਇਕੱਠੇ ਹੋਏ ਹੋਏ ਨੇ ਉੱਥੇ। ਤੇ ਇੱਥੇ BC 'ਚ ਹਲੇ ਘੱਟ ਨੇ, ਤੇ ਮੈਨੂੰ ਲੱਗਦਾ ਆਉਣਗੇ, ਆਪਣੇ ਆਉਣੇ ਚਾਹੀਦੇ ਨੇ। ਆਪਣੇ ਪੰਜਾਬੀ ਵੀ ਹੈਗੇ ਵਿੱਚ ਉੱਥੇ ਆਟਵਾ ਜਾਂ ਇੱਥੇ? ਆਟਵਾ ਅਸੀਂ ਗਏ ਸੀ ਜਦੋਂ, ਉੱਥੇ ਘੱਟ ਸੀ। ਅਸੀਂ ਗੁਰਦੁਆਰੇ ਜਾ ਕੇ ਗੱਲ ਕੀਤੀ ਆ ਬਈ ਇੱਥੇ ਤੁਹਾਨੂੰ ਆਉਣਾ ਚਾਹੀਦਾ, ਤੇ ਉਹਨਾਂ ਦੀ ਰਿਟਨ ਸਟੇਟਮੈਂਟ ਤੇ ਲਿਖਿਆ ਹੋਇਆ ਸੀ ਬਈ ਇੱਥੇ ਕ੍ਰਾਈਮ ਆਗਾ, ਰੇਸਿਸਟ ਨੇ। ਫਿਰ ਉਹ ਬੇਸਿਕਲੀ ਨਿਊਜ਼ ਨੂੰ ਟਰਸਟ ਕਰ ਰਹੇ ਨੇ। ਉਹੀ ਤਾਂ ਪ੍ਰੋਬਲਮ ਆ। ਆਪਣੇ ਲੋਕ ਦੇਖ ਲੈ, ਗਲੋਬਲ ਦੇਖ ਲੈਣ, CBC ਦੇਖ ਲੈਣ, ਉਹ ਮੰਨ ਲੈਂਦੇ ਆ ਬਈ ਸੱਚ ਆ ਗੱਲ। ਉਹ ਬਿਲਕੁਲ ਟਰਸਟ ਕਰਦੇ ਸੀ, ਤੇ ਦੋ ਦਿਨਾਂ ਲਈ ਬੰਦ ਕੀਤੇ ਹੋਏ ਸੀ ਗੁਰਦੁਆਰੇ। ਤੇ ਸਾਨੂੰ ਥੋੜ੍ਹਾ ਜਿਹਾ ਦੁੱਖ ਲੱਗਿਆ ਬਈ ਇਹੋ ਜਿਹੀ ਗੱਲ ਹੋਣੀ ਨਹੀਂ ਚਾਹੀਦੀ। ਤੇ ਅਸੀਂ ਜਾ ਕੇ ਗੱਲ ਕੀਤੀ, ਤੇ ਕਹਿੰਦੇ ਬਈ ਤੁਸੀਂ ਚਾਹ ਲੈ ਜਾਓ, ਵਰਤਾ ਦਿਓ। ਤੇ ਅਸੀਂ ਕਿਹਾ ਚਾਹ ਦੀ ਉੱਥੇ ਲੋੜ ਨਹੀਂ, ਖਾਣ ਪੀਣ ਨੂੰ ਬਹੁਤ ਆ ਬਈ ਆਪਣੇ ਸਿੱਖੀ ਦਾ ਉੱਥੇ ਪ੍ਰੈਜ਼ੈਂਸ ਹੋਵੇ, ਰਾਈਟ। ਤੇ ਆ ਕੇ ਤਾਂ ਦੇਖੋ, ਉੱਥੇ ਬੂਟ ਲਾ ਕੇ ਗਰਾਊਂਡ ਤੇ ਤੁਰ ਕੇ ਫਿਰ ਕੇ ਦੇਖੋ ਬਈ ਇਹੋ ਜਿਹੀ ਕੋਈ ਗੱਲ ਹੈ ਇੱਥੇ। ਰੇਸਿਸਟ ਬੰਦੇ ਨੇ ਜਾਂ ਬੱਚੇ ਨੇ, ਸੇਵਾ ਕਰਦੇ ਨੇ, ਇੱਕ ਦੂਜੇ ਨੂੰ ਸਾਰੇ ਪਿਆਰ ਦਿਖਾਉਂਦੇ ਨੇ। ਤੇ ਆ ਕੇ ਦੇਖਣ, ਤੇ ਆਪ ਉਹਨਾਂ ਨੂੰ ਪਤਾ ਲੱਗੇ ਵੀ ਸਾਡੀ ਇੱਥੇ ਲੋੜ ਹੈਗੀ। ਤੇ ਸਿੱਖਾਂ ਨੂੰ ਉੱਥੇ ਹੋਣਾ ਚਾਹੀਦਾ, ਹੈਲਪ ਕਰਨੀ ਚਾਹੀਦੀ ਹੈ। ਫਰੀडम ਦੀ ਗੱਲ ਆ, ਫਰੀडम ਫਾਈਟਰ ਤੇ ਸਿੱਖੀ ਇੱਕੋ ਹੀ ਗੱਲ ਆ ਨਾ। ਤੇ ਇਹ ਜਿਹੜਾ ਇੱਥੇ ਖਾਣਾ ਪਾਣੀ ਹੈ, ਇਹ ਕੌਣ ਫਿਰ ਲੈ ਕੇ ਆਉਂਦਾ? ਜਿਹੜਾ ਇਹ ਸਾਰੇ ਹੈਗੇ ਆ ਟੈਂਟ ਲੱਗੇ ਆ, ਇਹ ਫਿਰ ਜਿਹੜੇ ਆਪ ਲੋਕ ਆਉਂਦੇ ਨੇ, ਉਹਨਾਂ ਦੇ ਫੈਮਿਲੀ। ਅਸੀਂ ਤਾਂ ਹੁਣ ਇੱਥੇ ਆਪ ਦੀ ਵੀ ਹੁਣ 2-3 ਟਰੱਕ ਆ ਰਹੇ ਨੇ ਸਪਲਾਈਜ਼ ਲੈ ਕੇ, ਤੇ ਸਮਾਨ ਤਾਂ ਆਉਂਦਾ ਰਹਿੰਦਾ। ਥੈਂਕ ਯੂ ਵੈਰੀ ਮਚ। ਮਾਮਲਾ ਥੋੜਾ ਜਿਹਾ ਕਨਫਿਊਜ਼ਿੰਗ ਆ। ਇਹ ਕਹਿ ਰਹੇ ਆ ਕਿ ਸਾਨੂੰ ਆਜ਼ਾਦੀ ਚਾਹੀਦੀ ਆ, ਇਹ ਜਿਹੜੀਆਂ ਮੈਂਡੇਟਸ ਲਾਈਆਂ ਨਹੀਂ ਹੋਣੀਆਂ ਚਾਹੀਦੀਆਂ, ਵੈਕਸੀਨ ਨਹੀਂ ਜ਼ਰੂਰੀ। ਦੂਜੇ ਪਾਸੇ ਇਹ ਹੋਣੀ ਕਿਉਂ ਸਾਰਾ ਮਾਮਲਾ ਉੱਠਿਆ, ਜਦੋਂ ਕਿ ਬਹੁ ਗਿਣਤੀ ਵੈਕਸੀਨ ਲਵਾ ਚੁੱਕੀ ਆ, ਸਾਰਾ ਕੁਝ ਹੋ ਚੁੱਕਾ। ਔਰ ਇਹਦੇ ਬਾਵਜੂਦ ਵੀ ਇਹ ਪ੍ਰੋਟੈਸਟ ਸਿਰਫ ਕੈਨੇਡਾ ਤੱਕ ਸੀਮਤ ਨਾ ਰਹਿ ਕੇ, ਕੈਨੇਡਾ US ਦਾ ਇਸ਼ੂ ਨਾ ਰਹਿ ਕੇ ਹੁਣ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਫੈਲਣਾ ਕਿਉਂ ਸ਼ੁਰੂ ਹੋ ਗਿਆ? ਇਹਦੇ ਕੀ ਕਾਰਨ ਆ, ਤੇ ਇਹ ਕਦੋਂ ਖਤਮ ਹੁੰਦਾ? ਕੀ ਕੋਈ ਖਾਸ ਪਾਵਰਾਂ ਦੀ ਵਰਤੋਂ ਆਟਵਾ ਦੇ ਵਿੱਚ ਕਰਨੀ ਪੈਂਦੀ ਆ? ਕੀ ਆਟਵਾ ਦੇ ਵਿੱਚ ਇਹ ਪ੍ਰੋਟੈਸਟ ਖਤਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਵੀ ਖਤਮ ਹੋ ਜਾਂਦਾ, ਜਾਂ ਇੱਥੇ ਦਾ ਕਿਹੜਾ ਵੱਖਰਾ ਰੂਪ ਰਹਿੰਦਾ? ਮੀਡੀਆ ਪ੍ਰਤੀ ਇਹਨਾਂ ਦਾ ਬਹੁਤ ਇਤਰਾਜ਼ ਆ ਕਿ ਮੀਡੀਆ ਸਾਡੀ ਸਹੀ ਗੱਲ ਲੋਕਾਂ ਤੱਕ ਪਹੁੰਚਾ ਨਹੀਂ ਰਿਹਾ। ਜਿੱਥੇ ਤੱਕ ਅਸੀਂ ਇਸ ਵੇਲੇ
ਪਹੁੰਚੇ ਆ ਇੱਥੇ ਤੱਕ ਬਹੁਤਾ ਮੀਡੀਆ ਵੀ ਆ ਨਹੀਂ ਰਿਹਾ ਇਸ ਵੇਲੇ। ਇਹਦੇ ਤੋਂ ਪਿੱਛੇ 8 ਐਵੀਨਿਊ ਦੇ ਉੱਤੇ ਹੀ ਰੋਕ ਦਿੱਤਾ ਗਿਆ ਹੈ ਬਹੁਤੇ ਲੋਕਾਂ ਨੂੰ। 8th ਐਵੀਨਿਊ ਦੇ ਉੱਤੇ ਇਹਨਾਂ ਦੇ ਜਿਹੜੇ ਟੈਂਟਸ ਲਾ ਕੇ ਬਹੁਤ ਸਾਰੇ ਲੋਕ ਬੈਠੇ ਆ। ਇੱਥੇ ਤੱਕ ਆਉਣ ਦੇ ਵਿੱਚ ਵੀ ਦਿੱਕਤ ਆ ਰਹੀ ਆ, ਪਰ ਅਸੀਂ ਤੁਹਾਨੂੰ ਇਸ ਵੇਲੇ ਇਹ ਕਵਰੇਜ ਦਿਖਾ ਰਹੇ ਹਾਂ ਇੱਥੋਂ ਐਵੀਨਿਊ 2 ਤੇ ਹਾਈਵੇ ਰੂਟ 15 ਤੋਂ। ਸੋ ਇਹ ਇਸ ਵੇਲੇ ਜਿਹੜਾ ਇਹਨਾਂ ਦੀ ਇਹ ਮੰਗ ਦੱਸ ਰਹੇ ਆ ਕਿ ਜਿੰਨਾ ਚਿਰ ਇੱਥੋਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਇੱਥੋਂ ਨਹੀਂ ਜਾਵਾਂਗੇ। ਸੋ ਇਹਨਾਂ ਦੀ ਗੱਲਬਾਤ ਵੀ ਆਪਾਂ ਸੁਣੀ ਆ ਕਿ ਇਹਨਾਂ ਨੇ ਕੀ ਕਿਹਾ ਆ। ਇਹ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਆ। ਜਿਹੜੀ ਗੱਲਬਾਤ ਲੱਗਦੀ ਸੀ ਕਿ ਬਹੁਤੇ ਲੋਕ ਟਰੱਕਰਸ ਨੇ ਜਿਹੜੀ ਵੈਕਸੀਨ ਲਵਾ ਲਈ ਆ ਤੇ ਇਹ ਹੁਣ ਥੋੜ੍ਹੇ ਜਿਹੇ ਲੋਕ ਪ੍ਰੋਟੈਸਟ ਕਰਨ ਦੇ ਲਈ ਗਏ ਆ, ਉਹ ਗੱਲਬਾਤ ਵੱਧਦੀ ਕਿਤੇ ਫਰੀडम ਕਨਵੋਏ ਬਣ ਗਿਆ, ਕਿਤੇ ਫੰਡਿੰਗ ਇਹਨਾਂ ਨੂੰ ਕਿੱਥੋਂ ਆਉਣ ਲੱਗ ਪਈ, ਫੰਡਿੰਗ ਸੀਜ਼ ਕਰ ਦਿੱਤੀ ਗਈ ਔਰ ਅਨੋਨੀਮਸ ਲੋਕ ਜਿਹੜੇ ਫੰਡਿੰਗ ਦੇ ਰਹੇ ਆ ਜਿਹੜੀ ਕਿ $2.5 ਲੱਖ ਦੀ ਦੱਸ ਰਹੇ ਆ ਕਿ ਫੰਡਿੰਗ ਇਹਨਾਂ ਨੂੰ ਹੋ ਰਹੀ ਆ ਉਹਨਾਂ ਦੇ, ਔਰ ਅਨਨੋਨ ਬੰਦੇ ਆ, ਹੁਣ ਉਹਨਾਂ ਦੇ ਨਾਂ ਵੀ ਸਾਹਮਣੇ ਆਉਣ ਲੱਗ ਪਏ ਆ। ਇਹ ਇੱਕ ਮਸਲਾ ਥੋੜ੍ਹਾ ਜਿਹਾ ਅਨਐਕਸਪੈਕਟਡ ਤੇ ਗੰਭੀਰ ਇਸ ਸਮੇਂ ਦੇ ਵਿੱਚ ਹੁੰਦਾ ਜਾ ਰਿਹਾ। ਜਿਸ ਤਰ੍ਹਾਂ ਇਹ ਕੁਝ ਹਫ਼ਤੇ ਪਹਿਲਾਂ ਇੱਥੋਂ ਆਟਵਾ ਦੇ ਲਈ ਤੁਰੇ ਸੀ, ਲੱਗਦਾ ਨਹੀਂ ਸੀ ਕਿ ਇਹ ਗੱਲਬਾਤ ਇੰਨੀ ਜ਼ਿਆਦਾ ਵੱਧਦੀ ਆ, ਪਰ ਹੁਣ ਇਹ ਵੱਧਦੀ ਇੱਥੇ ਤੱਕ ਵੱਧ ਗਈ ਕਿ ਕਈ ਇਸ ਅੰਤਰਰਾਸ਼ਟਰੀ ਬਾਰਡਰ ਅਮਰੀਕਾ ਦੇ ਨਾਲ ਕੈਨੇਡਾ ਨੂੰ ਬੰਦ ਕਰਨੇ ਪਏ ਆ। ਵਿੰਡਸਰ ਦਾ ਬਾਰਡਰ ਜਿਹੜਾ ਮਿਸ਼ੀਗਨ ਤੇ ontario ਦੇ ਵਿਚਕਾਰ ਆ ਉਹ ਕੱਲ੍ਹ ਖੁਲਾਇਆ ਗਿਆ, ਉਹ ਇੱਕ ਬਹੁਤ ਚੰਗੀ ਖਬਰ ਸੀ। ਪਰ ਇਹਨਾਂ ਥਾਵਾਂ ਦੇ ਉੱਤੇ ਇਹ ਬਾਰਡਰ ਬੰਦ ਹੋਣੇ ਸੱਚਮੁੱਚ ਇੱਕ ਚਿੰਤਾ ਵਾਲੀ ਗੱਲ ਆ। ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕੋਈ ਅਪਡੇਟ ਮਿਲਦੀ ਅਸੀਂ ਲੈ ਕੇ ਹਾਜ਼ਰ ਹੋਵਾਂਗੇ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਉਧਰ ਫਰੀडम ਕਨਵੋਏ ਕਰਕੇ ਕੋਈ ਵੀ ਵੱਡੀ ਹਿੰਸਾ ਨਾ ਵਾਪਰ ਜਾਏ ਉਸ ਦਾ ਵੀ ਕਾਫੀ ਹੱਦ ਤੱਕ ਖਿਆਲ ਰੱਖਿਆ ਜਾ ਰਿਹਾ ਹੈ। ਜਸਨ ਕੈਨੀ ਨੇ ਵੀ ਇਸ ਗੱਲ ਨੂੰ ਕੀਤਾ ਹੈ, ਕਿਹਾ ਹੈ ਕਿ ਜਿਹੜੇ ਲੋਕ ਖਾਸ ਕਰਕੇ ਕੋਈ ਵੀ ਸ਼ਰਾਰਤੀ ਅੰਸਰ ਹੈਗੇ ਨੇ ਜਿਨ੍ਹਾਂ ਦੇ ਵਿੱਚ ਕਿਹਾ ਜਾ ਰਿਹਾ ਕਿ 11-12 ਦੇ ਕਰੀਬ ਕੋਈ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਫੜਿਆ ਗਿਆ ਹੈ ਤੇ ਕੁਝ ਹਥਿਆਰਾਂ ਦੀ ਵੀ ਇੱਥੇ ਗੱਲ ਕੀਤੀ ਜਾ ਰਹੀ ਹੈ, ਜਿਸ ਦੀ ਮੁਕੰਮਲ ਤੌਰ ਦੇ ਉੱਤੇ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਸੋ ਜਾਂਚ ਤੋਂ ਬਾਅਦ ਜਿਹੜਾ ਹੈ ਉਹ ਪਤਾ ਚੱਲ ਪਾਏਗਾ ਤੇ ਫਿਲਹਾਲ ਦੇ ਲਈ ਕਿਹਾ ਜਾ ਰਿਹਾ ਕਿ ਚੱਪੇ ਤੇ ਪੁਲਿਸ ਦੀ ਨਜ਼ਰ ਇਸ ਵੇਲੇ ਬਣੀ ਹੋਈ ਹੈ ਤੇ ਆਟਵਾ ਦੇ ਹਰ ਤਰ੍ਹਾਂ ਦੇ ਹਾਲਾਤਾਂ ਦੇ ਉੱਤੇ ਜਿਹੜੀ ਹੈ ਉਹ ਬਰੀਕੀ ਦੇ ਨਾਲ ਨਜ਼ਰ ਰੱਖੀ ਹੋਈ ਹੈ। RCMP ਦੇ ਵੱਲੋਂ ਹਥਿਆਰ ਜ਼ਬਤ ਕਰਨ ਤੋਂ ਬਾਅਦ ਅਲਬਰਟਾ ਸਰਕਾਰ ਪ੍ਰਦਰਸ਼ਨਕਾਰੀਆਂ ਤੇ ਕਾਰਵਾਈ ਕਰੇਗੀ। ਅਲਬਰਟਾ ਦੇ ਪ੍ਰੀਮੀਅਰ ਜਸਨ ਕੈਨੀ ਦਾ ਕਹਿਣਾ ਹੈ ਕਿ ਸੂਬਾ ਕਿਓਟਸ ਵਿਖੇ ਸਰਹੱਦੀ ਨਾਕਾਬੰਦੀ ਨੂੰ ਹਟਾਉਣ ਦੇ ਲਈ ਅੱਗੇ ਵਧੇਗਾ। ਸੋਮਵਾਰ ਯਾਨੀ ਅੱਜ ਇਸ ਕਾਰਵਾਈ ਦੀ ਉਮੀਦ ਜਿਹੜੀ ਹੈ ਜਤਾਈ ਜਾ ਰਹੀ ਹੈ। ਇਹ ਕਦਮ ਅਲਬਰਟਾ ਦੇ ਵਿੱਚ RCMP ਨੇ 11 ਲੋਕਾਂ ਨੂੰ ਗ੍ਰਿਫਤਾਰ ਕਰਨ ਤੇ ਬਾਰਡਰ ਕ੍ਰਾਸਿੰਗ ਦੇ ਨੇੜੇ ਹਥਿਆਰ ਤੇ ਇੱਕ ਕੈਸ਼ ਸਮੇਤ ਕਈ ਹਥਿਆਰ ਜ਼ਬਤ ਕਰਨ ਤੋਂ ਬਾਅਦ ਲਿਆ ਹੈ। ਐਤਵਾਰ ਸ਼ਾਮ ਨੂੰ ਪੁਲਿਸ ਦਾ ਕਹਿਣਾ ਹੈ ਕਿ ਇੱਕ ਵੱਡਾ ਖੇਤ ਟਰੈਕਟਰ ਤੇ ਇੱਕ ਸੈਮੀ ਟਰੱਕ ਦੋਵੇਂ ਨਾਕੇਬੰਦੀ ਦੇ ਵਿੱਚ ਸ਼ਾਮਿਲ ਸਨ ਤੇ ਇੱਕ ਪੁਲਿਸ ਕਾਰ ਨੂੰ ਇਹਨਾਂ ਨੇ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਅਦ RCMP ਅਧਿਕਾਰੀ ਲੋਕਾਂ ਦਾ ਪਿੱਛਾ ਉਸ ਸਥਾਨ ਤੱਕ ਕਰਦੇ ਰਹੇ ਜਿੱਥੇ ਪ੍ਰਦਰਸ਼ਨਕਾਰੀ ਇਕੱਠੇ ਹੋਏ ਸਨ। ਨਤੀਜੇ ਵਜੋਂ ਅਲਬਰਟਾ RCMP ਨੇ ਇੱਕ ਖੋਜ ਵਾਰੰਟ ਜਿਹੜਾ ਹੈ ਯਾਨੀ ਕਿ ਸਰਚ ਵਾਰੰਟ ਲਾਗੂ ਕੀਤਾ ਕਿ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਤੇ ਹਿਰਾਸਤ ਵਿੱਚ ਲੈਣ ਦੇ ਨਾਲ ਕਈ ਹਥਿਆਰ ਤੇ 3 ਜਿਹੜੇ ਨੇ ਉਹ ਟ੍ਰੇਲਰ ਜ਼ਬਤ ਕੀਤੇ ਗਏ। ਪੁਲਿਸ ਨੇ ਟਰੈਕਟਰ ਦੇ ਡਰਾਈਵਰ ਦੀ ਪਛਾਣ ਕਰ ਲਈ ਹੈ ਤੇ RCMP ਉਸ ਨੂੰ ਲੱਭਣ ਦੇ ਲਈ ਸਰਗਰਮੀ ਦੇ ਨਾਲ ਕੰਮ ਕਰ ਰਹੀ ਹੈ ਤਾਂ ਜੋ ਉਸ ਨੂੰ ਹਿਰਾਸਤ ਵਿੱਚ ਲਿਆ ਜਾ ਸਕੇ। ਅਪਰਾਧਕ ਸੰਗਠਨ ਦੇ ਖਤਰੇ ਦੀ ਹੱਦ ਦਾ ਪਤਾ ਲਗਾਉਣ ਦੇ ਲਈ RCMP ਦੁਆਰਾ ਜਾਂਚ ਕੀਤੀ ਜਾਏਗੀ। ਕੈਨੀ ਨੇ ਕਿਹਾ ਹੈ ਕਿ ਮਾਊਂਟੀਜ਼ ਇੱਕ ਹਫ਼ਤੇ ਤੋਂ ਤਾਂ ਇਸ ਤਰ੍ਹਾਂ ਦੇ ਖਤਰੇ ਤੋਂ ਜਾਣੂ ਹੈ, ਪਰ ਉਦੋਂ ਤੱਕ ਨਹੀਂ ਹਟੇ ਜਦੋਂ ਤੱਕ ਹਿੰਸਾ ਖਤਰਾ ਵਧੇ ਅਤੇ ਨਾਲ ਹੀ ਸਥਿਤੀ ਨੂੰ ਅਜੇ ਵਧਣ ਤੋਂ ਬਿਨਾਂ ਅੰਦਰ ਜਾਣ ਦੀ ਵੀ ਰਣਨੀਤੀ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਜਿਹੜੀ ਹੈ ਛਾਪੇਮਾਰੀ ਪੂਰੀ ਹੋ ਰਹੀ ਹੈ। ਮਾਊਂਟੀਜ਼ ਨੇ ਕਿਹਾ ਹੈ ਕਿ ਉਹ ਸੂਬੇ ਦੀ ਮਦਦ ਨਾਲ ਪ੍ਰਾਪਤ ਕੀਤੇ ਭਾਰੀ ਉਪਕਰਨਾਂ ਦੀ ਵਰਤੋਂ ਕਰਕੇ ਨਾਕੇਬੰਦੀ ਨੂੰ ਹਟਾਉਣਾ ਸ਼ੁਰੂ ਕਰ ਦੇਣਗੇ। ਕੈਨੀ ਨੇ ਸੋਮਵਾਰ ਨੂੰ ਕੈਲਗਰੀ ਦੇ ਵਿੱਚ ਕਿਹਾ ਕਿ ਸ਼ੁਰੂ ਉਹ ਜਿਹੜੇ ਹੈ ਕੰਮ ਹੋ ਜਾਣਗੇ ਔਰ ਪੁਲਿਸ ਸੰਯੁਕਤ ਰਾਜ ਦੇ ਨਾਲ ਇੱਕ ਪ੍ਰਮੁੱਖ ਬਾਰਡਰ ਕ੍ਰਾਸਿੰਗ ਦੇ ਪਾਰ ਟ੍ਰੈਫਿਕ ਨੂੰ ਦੁਬਾਰਾ ਖੋਲ੍ਹਣ ਲਈ ਕੰਮ ਵੀ ਕਰ ਰਹੀ ਹੈ। ਜਦੋਂ ਅਫਸਰਾਂ ਨੇ ਸਥਾਨਕ ਮੇਅਰ ਨੂੰ ਰਾਸ਼ਟਰੀ ਆਰਥਿਕ ਸੰਕਟ ਦੀ ਜਿਹੜੀ ਹੈ ਉਹ ਦਿਸ਼ਾ ਦਿਖਾਈ। ਵਿੰਡਸਰ ontario ਮੇਅਰ ਨੇ ਕਿਹਾ ਹੈ ਕਿ ਪੁਲਿਸ ਫੈਸਲਾ ਕਰੇਗੀ ਕਿ ਸਰਹੱਦ ਪਾਰ ਆਵਾਜਾਈ ਕਦੋਂ ਮੁੜ ਸ਼ੁਰੂ ਹੋ ਸਕਦੀ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਗੈਰ ਕਾਨੂੰਨੀ ਕਾਰਵਾਈਆਂ ਤੇ ਨਫ਼ਰਤ ਭਰੇ ਭਾਸ਼ਣਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਜਿੱਦਾਂ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਜਲਦ ਹਾਜ਼ਰ ਹੁੰਦੇ ਹਾਂ ਕੁਝ ਖਾਸ ਖਬਰਾਂ ਦੇ ਨਾਲ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। BC ਇਸ ਵੇਲੇ ਪੋਪੂਲੇਸ਼ਨ ਦੀ ਗੱਲ ਕਰ ਲਈਏ ਤਾਂ ਉਸ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਹੈ। ਜੀ ਹਾਂ, ਸਟੈਟਿਕਸ ਕੈਨੇਡਾ ਦੀ ਜਿਹੜੀ ਹੈ ਉਹ ਰਿਪੋਰਟ ਨਸ਼ਰ ਕੀਤੀ ਗਈ ਹੈ। 2016 ਤੋਂ ਬਾਅਦ ਜਿਹੜੇ ਜਨਸੰਖਿਆ ਇਸ ਦੇ ਆંકੜੇ ਲਏ ਗਏ ਨੇ ਉਸ ਦੇ ਮੁਤਾਬਕ ਇਸ ਦੇ ਵਿੱਚ 7.6% ਤੱਕ ਦਾ ਵਾਧਾ ਦੇਖਿਆ ਗਿਆ, ਯਾਨੀ ਕਿ 5 ਮਿਲੀਅਨ ਤੋਂ ਉੱਪਰ ਜਿਹੜੀ ਹੈ ਉਹ ਜਨਸੰਖਿਆ ਜਿਹੜੀ ਹੈ ਕਾਊਂਟ ਕੀਤੀ ਗਈ ਹੈ। ਇਸ ਤੇ ਇੱਕ ਛੋਟੀ ਜਿਹੀ ਰਿਪੋਰਟ ਦੇਖਦੇ ਹਾਂ। ਬ੍ਰਿਟਿਸ਼ ਕੋਲੰਬੀਆ ਦੀ ਆਬਾਦੀ 2016 ਤੋਂ 7.6% ਵਧੀ ਹੈ। ਸਟੈਟਿਕਸ ਕੈਨੇਡਾ ਦੁਆਰਾ 2021
2021 ਦੀ ਜਨਗਣਨਾ ਦੇ ਲਈ ਇਹ ਆંકੜੇ ਜਾਰੀ ਕੀਤੇ ਗਏ ਨੇ। ਏਜੰਸੀ ਦੇ ਮੁਤਾਬਕ ਸੂਬੇ ਦੀ ਆਬਾਦੀ 2016 ਦੇ ਵਿੱਚ 4,648,055 ਤੋਂ ਵੱਧ ਕੇ 5,08,99 ਲੋਕਾਂ ਤੱਕ ਪਹੁੰਚ ਗਈ ਹੈ। ਕੈਨੇਡਾ ਦੀ ਕੁੱਲ ਆਬਾਦੀ 5.2% ਵੱਧ ਕੇ 36,991,981 ਹੋ ਗਈ। BC ਦੇ ਆਬਾਦੀ ਵਾਧੇ ਨੇ ਸਿਰਫ ਯੂਕੋਨ ਨੂੰ ਹਰਾਇਆ ਜੋ ਕਿ 12.1% ਵਧਿਆ ਤੇ ਪ੍ਰਿੰਸ ਐਡਵਰਡ ਆਈਲੈਂਡ ਜੋ 8% ਵਧਿਆ ਹੈ। BC ਕੈਨੇਡਾ ਦਾ ਤੀਜਾ ਸਭ ਤੋਂ ਵੱਡਾ ਸੂਬਾ ਬਣਿਆ ਹੋਇਆ ਹੈ। ਸਟੈਟਿਕਸ ਕੈਨੇਡਾ ਦੇ ਅਨੁਸਾਰ ਦੇਸ਼ ਸੰਗਠਨ ਦੀ ਲਗਭਗ ਦੁੱਗਣੀ ਦਰ ਤੇ G7 ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਵਿਕਾਸ ਕਰਨ ਵਾਲਾ ਦੇਸ਼ ਬਣਿਆ ਹੋਇਆ ਹੈ। ਏਜੰਸੀ ਨੇ ਨੋਟ ਕੀਤਾ ਹੈ ਆਬਾਦੀ ਦੇ ਵਾਧੇ ਦਾ ਮੁੱਖ ਚਾਲਕ ਪ੍ਰਵਾਸ ਸੀ, ਉਪਜਾਊ ਸ਼ਕਤੀ ਨਹੀਂ। 2016 ਤੋਂ 2021 ਦਰਮਿਆਨ ਕੈਨੇਡਾ ਵਿੱਚ 80% ਲੋਕਾਂ ਦਾ ਜਿਹੜਾ ਉਹ ਹਿੱਸਾ ਪ੍ਰਵਾਸੀਆਂ ਦਾ ਹੈ। ਏਜੰਸੀ ਨੇ ਨੋਟ ਕੀਤਾ ਹੈ ਕਿ ਜਨਸੰਖਿਆ 2019 ਵਿੱਚ ਸਭ ਤੋਂ ਤੇਜ਼ੀ ਨਾਲ ਵਧੀ ਤੇ 2020 ਦੇ ਵਿੱਚ ਇਸ ਦੀ ਸਭ ਤੋਂ ਘੱਟ ਦਰ ਹੌਲੀ ਯਾਨੀ ਕਿ ਦੇਖਣ ਨੂੰ ਮਿਲੀ ਕਿਉਂਕਿ ਮਹਾਮਾਰੀ ਦੇ ਪ੍ਰਭਾਵ ਕਾਰਨ ਕੈਨੇਡਾ ਦੀਆਂ ਸਰਹੱਦਾਂ ਬੰਦ ਹੋ ਗਈਆਂ। ਸਟੈਟਿਕਸ ਕੈਨੇਡਾ ਨੇ ਕਿਹਾ ਹੈ ਕਿ ਇਸ ਮੰਦੀ ਵਿੱਚੋਂ ਕੁਝ ਮਹਾਮਾਰੀ ਪ੍ਰੇਰਿਤ ਹੋ ਸਕਦੀ ਹੈ। ਏਜੰਸੀ ਨੇ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਕੀਤੇ ਗਏ ਇੱਕ ਅਧਿਐਨ ਦੇ ਵੱਲ ਇਸ਼ਾਰਾ ਕੀਤਾ ਜਿਸ ਵਿੱਚ ਸੁਝਾਅ ਦਿੱਤਾ ਗਿਆ ਸੀ ਕਿ 50 ਸਾਲ ਤੋਂ ਘੱਟ ਉਮਰ ਦੇ ਜਿਹੜੇ ਲੋਕ ਨੇ ਉਹ ਪਹਿਲਾਂ ਦੀ ਯੋਜਨਾ ਨਾਲੋਂ ਘੱਟ ਬੱਚੇ ਪੈਦਾ ਕਰਨਾ ਚਾਹੁੰਦੇ ਨੇ। ਇਸ ਮੌਕੇ ਏਜੰਸੀ ਨੇ ਕਿਹਾ ਕੈਨੇਡਾ ਅਜਿਹੀ ਸਥਿਤੀ ਵੱਲ ਨਹੀਂ ਜਾ ਰਿਹਾ ਹੈ ਜਿੱਥੇ ਮੌਤਾਂ ਇਟਲੀ ਤੇ ਜਾਪਾਨ ਦੀ ਤਰ੍ਹਾਂ ਜਨਮ ਤੋਂ ਵੱਧ ਹੋਣ ਘੱਟੋ ਘੱਟ ਅਗਲੇ 50 ਸਾਲਾਂ ਦੇ ਅੰਦਰ। ਜਾਰੀ ਕੀਤੇ ਗਏ ਵੇਰਵੇ ਕੋਵਿਡ-19 ਮਹਾਮਾਰੀ ਦੌਰਾਨ ਲਏ ਗਏ ਸਨ। ਪਿਛਲੇ ਸਾਲ ਦੀ ਜਨਗਣਨਾ ਦੇ ਨਤੀਜਿਆਂ ਦਾ ਪਹਿਲਾ ਸਮੂਹ ਹੈ। ਦੇਸ਼ ਦੇ ਵੱਡੇ ਸ਼ਹਿਰੀ ਕੇਂਦਰਾਂ ਨੇ 2016 ਤੇ 2021 ਦੇ ਵਿਚਕਾਰ ਆਪਣੀ ਆਬਾਦੀ ਵਿੱਚ ਵਾਧਾ ਦੇਖਿਆ ਤੇ 1 ਲੱਖ ਤੋਂ ਵੱਧ ਲੋਕਾਂ ਵਾਲੇ ਸ਼ਹਿਰਾਂ ਦੀ ਗਿਣਤੀ 35 ਤੋਂ ਵੱਧ ਕੇ 41 ਹੋ ਗਈ। ਪੇਂਡੂ ਖੇਤਰ ਵੀ ਵਧੇ ਬੇਸ਼ੱਕ ਕਿ ਉਹਨਾਂ ਦੇ ਮਹਾਨਗਰ ਦੇ ਨਜ਼ਦੀਕੀ ਸ਼ਹਿਰਾਂ ਦੀ ਰਫ਼ਤਾਰ ਹੌਲੀ ਰਹੀ। ਜਨਗਣਨਾ ਦੇ ਨਤੀਜਿਆਂ ਤੇ ਮਹਾਮਾਰੀ ਦੇ ਪ੍ਰਭਾਵ ਦੀ ਉਮੀਦ ਕੀਤੀ ਜਾਂਦੀ ਹੈ। ਹਾਲਾਂਕਿ ਮਾਹਰ ਸੁਝਾਅ ਦਿੰਦੇ ਨੇ ਕਿ ਦੇਸ਼ ਨੂੰ ਇਹ ਜਾਣਨ ਲਈ ਕੁਝ ਸਾਲ ਉਡੀਕ ਕਰਨੀ ਪੈ ਸਕਦੀ ਹੈ ਕਿ ਕੀ ਕੋਵਿਡ-19 ਨੇ ਆਬਾਦੀ ਤਸਵੀਰ ਦੇ ਵਿੱਚ ਅਸਥਾਈ ਜਾਂ ਅਸਥਾਈ ਤਬਦੀਲੀ ਕੀਤੀ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਜਿੱਥੇ ਅੱਗੇ ਚੱਲਦੇ ਹਾਂ ਐਡਮਿੰਟਨ ਤੋਂ ਦੇਖਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਜੀ। ਅੱਜ ਅਲਬਰਟਾ ਦੇ ਵਿੱਚ RCMP ਵੱਲੋਂ ਜਿਹੜਾ ਇੱਕ ਬਲੌਕੇਡ ਚੱਲ ਰਿਹਾ ਹੈ ਕੂਟਸ ਬਾਰਡਰ ਦੇ ਉੱਤੇ, ਉੱਥੇ ਅੱਜ ਟ੍ਰੇਲਰਸ ਦੇ ਵਿੱਚੋਂ ਜੀ ਉਹਨਾਂ ਨੂੰ ਬਹੁਤ ਸਾਰੇ ਹਥਿਆਰ ਮਿਲੇ ਨੇ ਔਰ ਐਮੂਨੀਸ਼ਨ ਮਿਲਿਆ ਔਰ ਨਾਲ ਦੀ ਨਾਲ ਮਸ਼ੈਟੀਆਂ ਵੀ ਮਿਲੀਆਂ ਜੀ ਔਰ ਬੋਡੀ ਆਰਮਰ ਜਿਹੜਾ ਉਹ ਵੀ ਉੱਥੋਂ ਮਿਲਿਆ। ਤੇ ਅੱਜ 11 ਵਿਅਕਤੀ ਜਿਹੜੇ ਨੇ ਉਹ ਉਹਨਾਂ ਵੱਲੋਂ ਜਿਹੜੇ ਅਰੈਸਟ ਕੀਤੇ ਗਏ ਨੇ RCMP ਵੱਲੋਂ। ਤੁਹਾਨੂੰ ਪਤਾ ਕਿ ਜਿਹੜੇ ਜੀ ਇਹ ਵੈਕਸੀਨ ਮੈਂਡੇਟ ਦੇ ਉਲਟ ਜਿਹੜੇ ਇਹ ਪ੍ਰੋਟੈਸਟ ਚੱਲ ਰਹੇ ਨੇ ਔਰ ਇਹ ਪਿਛਲੇ 3 ਹਫ਼ਤਿਆਂ ਤੋਂ ਜਿਹੜਾ ਇਹ ਕੂਟ ਬਾਰਡਰ ਦੇ ਉੱਤੇ ਚੱਲ ਰਿਹਾ, ਜਿਹਦੇ ਨਾਲ ਜਿਹੜੀ ਆਵਾਜਾਈ 'ਤੇ ਬੜਾ ਅਸਰ ਪਿਆ ਔਰ ਇੱਥੋਂ ਦੀ ਬਹੁਤ ਸਾਰੇ ਜਿਹੜੇ ਕਮਰਸ਼ੀਅਲ ਟਰੱਕ ਆ ਉਹਨਾਂ ਦਾ ਆਉਣਾ ਜਾਣਾ ਸਮਾਨ ਲੈ ਕੇ ਉਹ ਪ੍ਰਭਾਵਿਤ ਹੋ ਰਿਹਾ ਹੈ। ਔਰ ਪਹਿਲਾਂ ਬੇਨਤੀ ਵੀ ਕੀਤੀ ਗਈ ਸੀਗੀ ਸਰਕਾਰ ਵੱਲੋਂ ਕਿ ਇਹਨੂੰ ਖਤਮ ਕਰ ਦਿੱਤਾ ਜਾਏ ਔਰ ਕਿਉਂਕਿ ਸਰਕਾਰ ਨੇ ਜਿਉਂ ਹੀ ਕਿਹਾ ਕਿ ਅਸੀਂ ਪ੍ਰੋਵਿੰਸ਼ੀਅਲ ਜਿਹੜੀਆਂ ਹੈ ਨੇ ਇਹ ਮੈਂਡੇਟਸ ਵੀ ਉਹ ਹਟਾ ਦੇਣੀਆਂ ਆ ਸਮੇਂ ਦੇ ਨਾਲ ਜਿੱਦਾਂ ਵੀ ਆ ਔਰ ਉਹ ਪਰ ਗੱਲ ਆ ਵੀ ਉਹ ਮੈਨੂੰ ਲੱਗਦਾ ਉਹਦਾ ਕਿਸੇ 'ਤੇ ਅਸਰ ਨਹੀਂ ਜੀ ਹੋਇਆ। ਪਰ ਅੱਜ ਜਿਹੜੀ ਇਹ ਘਟਨਾ ਵਾਪਰੀ ਆ ਇਹਦੇ ਤੋਂ ਪ੍ਰਤੱਖ ਰੂਪ ਦੇ ਵਿੱਚ ਨਜ਼ਰ ਆ ਰਿਹਾ ਕਿ ਭਾਵੇਂ ਬਹੁਤ ਸਾਰੇ ਲੋਕ ਜਿਹੜੇ ਉੱਥੇ ਜਿਹੜੇ ਪ੍ਰੋਟੈਸਟ ਕਰ ਰਹੇ ਉਹ ਪੀਸਫੁਲ ਢੰਗ ਤਰੀਕੇ ਨਾਲ ਕਰ ਰਹੇ, ਪਰ ਇਹ ਜਿਹੜਾ ਅੱਜ ਇੱਕ ਗਰੁੱਪ ਫੜਿਆ ਗਿਆ RCMP ਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਲੋਕ ਅਜਿਹੇ ਹੈ ਨੇ ਜਿਨ੍ਹਾਂ ਕੋਲ ਹਥਿਆਰ ਹੈਗੇ ਆ ਤੇ ਉਹਨਾਂ ਨੇ ਅੱਜ ਉਹ ਬੰਦੇ ਜਿਹੜੇ ਜੀ 11 ਗ੍ਰਿਫਤਾਰ ਕਰ ਲਏਗਾ। ਇੱਕ ਕੋਰ ਗਰੁੱਪ ਦੱਸਿਆ ਜਾ ਰਿਹਾ। ਅੱਜ ਪ੍ਰੀਮੀਅਰ ਜੇਸਨ ਕੈਨੀ ਹੋਰਾਂ ਨੇ ਵੀ ਇਹ ਗੱਲ ਕਹੀ ਹੈ ਕਿ RCMP ਨੇ ਜਿਹੜਾ ਇਹ ਕੋਰ ਗਰੁੱਪ ਫੜਿਆ ਇਹਦੇ ਤੋਂ ਇੱਦਾਂ ਲੱਗਦਾ ਵੀ ਇਹ ਚੰਗੀ ਗੱਲ ਹੋ ਗਈ ਆ ਵੀ ਉਹਨਾਂ ਨੂੰ ਫੜ ਲਿਆ ਗਿਆ ਤੇ ਹੁਣ ਉੱਥੋਂ ਜਿਹੜਾ ਇਹਨਾਂ ਨੂੰ ਰਿਮੂਵ ਕਰ ਦਿੱਤਾ ਜਾਏਗਾ। ਪਰ ਉਹਨਾਂ ਨੂੰ ਮਤਲਬ ਜਿਹੜੀ ਵਾਇਲੈਂਸ ਵਾਲੀ ਗੱਲ ਆ ਵੀ ਉਹ ਸ਼ਾਇਦ ਗਾਹਾਂ ਨਾ ਹੋਵੇ। ਪਰ ਬਹੁਤ ਸਾਰੇ ਲੋਕ ਜਿਹੜੀ ਜੀ ਇਸ ਗੱਲ ਤੋਂ ਬੜੇ ਪਰੇਸ਼ਾਨ ਨੇ ਕਿ ਇਸ ਤਰ੍ਹਾਂ ਦਾ ਮਾਹੌਲ ਅਲਬਰਟਾ ਦੇ ਬਾਰਡਰ ਦੇ ਉੱਤੇ ਬਣਿਆ ਹੋਇਆ ਹੈ, ਜਦੋਂ ਕਿ ਇਹ ਮੈਂਡੇਟਸ ਦੀ ਗੱਲ ਜਿਹੜੀ ਹੈਗੀ ਆ ਹੌਲੀ ਹੌਲੀ ਭਾਵੇਂ ਜਿਹੜੇ ਪੋਲੀਟੀਸ਼ੀਅਨ ਆ ਉਹ ਕਹਿ ਰਿਹਾ ਵੀ ਅਸੀਂ ਕਿਸੇ ਦੇ ਦਬਾਅ ਥੱਲੇ ਨਹੀਂ, ਸਗੋਂ ਜਿਹੜੇ ਨੰਬਰ ਹੈਗੇ ਆ ਉਹਨਾਂ ਨੂੰ ਦੇਖਦਿਆਂ ਹੋਇਆਂ
ਭਈ ਹਸਪੀਟਲਾਈਜੇਸ਼ਨ ਜਿਹੜੀ ਆ ਘੱਟ ਹੋ ਰਹੀ ਆ, ਨੰਬਰ ਘੱਟ ਆ ਰਹੇ ਨੇ ਲੋਕਾਂ ਦੇ, ਤੇ ਉਹਦਾ ਕਰਕੇ ਉਹ ਕਹਿੰਦੇ ਅਸੀਂ ਇਹ ਮੈਂਡੇਟ ਹਟਾ ਰਹੇ ਹਾਂ। ਪਰ ਜਿਹੜੇ ਲੋਕ ਇਸ ਤਰ੍ਹਾਂ ਜੀ ਕੁਝ ਕਮਿਟਡ ਨੇ ਉਹਨਾਂ ਗੱਲਾਂ ਨੂੰ, ਜਿਹਦੇ ਤੋਂ RCMP ਨੂੰ ਇਹ ਖਬਰ ਮਿਲੀ ਸੀਗੀ ਕਿ ਹਾਂ ਕੁਝ ਹੋ ਸਕਦਾ ਆ, ਤੇ ਉਹਨਾਂ ਨੇ ਅੱਜ ਉਹ 11 ਬੰਦੇ ਜਿਹੜੇ ਜੀ ਉੱਥੋਂ ਫੜ ਲਏ ਨੇ, ਅਰੈਸਟ ਕਰ ਲਏ ਗਏ ਨੇ। ਉਹ ਬਮਾ ਜਿਹੜੇ ਜੀ ਉਹ ਕਹਿੰਦੇ ਵੀ ਗਰੁੱਪ ਤਾਂ ਛੋਟਾ ਹੀ ਆ 11 ਬੰਦਿਆਂ ਦਾ, ਪਰ ਦੇ ਆਰ ਕਮਿਟਡ ਸੀਗੇ, ਵਿਲਿੰਗਨੈਸ ਉਹਨਾਂ ਦੀ ਜਿਹੜੀ ਸੀਗੀ ਕਿ ਹਾਂ ਵੀ ਅਸੀਂ ਫੋਰਸ ਯੂਜ਼ ਕਰਨੀ ਆ,